ਹੈਲੋ, ਮੈਂ ਤੁਹਾਡਾ ਦੋਸਤ ਇੰਜੀਨੀਅਰ ਰਾਜਕੁਮਾਰ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਉੱਤਮ ਸਟੱਡੀ। ਇਸ ਚੈਨਲ ਦੇ ਵਿੱਚ ਤੁਹਾਨੂੰ ਅਸੀਂ 10ਵੀਂ ਕਲਾਸ ਦੀ ਸਾਇੰਸ ਪੰਜਾਬੀ ਭਾਸ਼ਾ ਵਿੱਚ ਕਵਰ ਕਰਵਾ ਰਹੇ ਹਾਂ। ਅਸੀਂ 10 ਜਮਾਤ ਦਾ ਪ੍ਰਕਾਸ਼, ਪਰਿਵਰਤਨ ਅਤੇ ਅਪਵਰਤਨ ਟੌਪਿਕ ਦੇ ਲੈਕਚਰ 10.01, 10.02, 10.03, 10.04 10.05 ਕਵਰ ਕੀਤੇ ਨੇ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਅਵਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਜਦੋਂ ਵਸਤੂ ਨੂੰ ਅਸੀਂ ਅਲੱਗ-ਅਲੱਗ ਸਥਿਤੀ 'ਤੇ ਰੱਖਦੇ ਹਾਂ ਉਸ ਦਾ ਚਾਰਟ ਕਰਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਤੁਹਾਨੂੰ ਅਸੀਂ ਰੇਖਾ ਚਿੱਤਰ ਬਣਾ ਕੇ ਉਹਨਾਂ ਦਾ ਪ੍ਰਤੀਬਿੰਬ ਦਿਖਾਇਆ ਸੀ। ਆਓ ਅਸੀਂ ਹੁਣ ਇਸ ਚਾਰਟ ਨੂੰ ਦੁਹਰਾਉਂਦੇ ਹਾਂ। ਸਭ ਤੋਂ ਪਹਿਲਾਂ ਜੇਕਰ ਵਸਤੂ ਅਨੰਤ 'ਤੇ ਹੋਵੇ ਤਾਂ ਪ੍ਰਤੀਬਿੰਬ ਫੋਕਸ 'ਤੇ ਬਣਦਾ ਹੈ, ਛੋਟਾ ਹੁੰਦਾ ਹੈ, ਬਹੁਤ ਹੀ ਆਕਾਰ ਬਹੁਤ ਛੋਟਾ ਹੁੰਦਾ ਹੈ ਅਤੇ ਬਿੰਦੂ ਦੇ ਤੇ ਵਾਸਤਵਿਕ ਅਤੇ ਉਲਟਾ ਬਣਦਾ ਹੈ। ਦੂਜੀ ਸਥਿਤੀ ਇਹ ਸੀ, ਜੇ ਸੀ ਤੋਂ ਪਰਾਂ ਹੋਵੇ ਤਾਂ ਵਸਤੂ ਦਾ ਪ੍ਰਤੀਬਿੰਬ ਐਫ ਅਤੇ ਸੀ ਦੇ ਵਿਚਕਾਰ ਬਣਦਾ ਹੈ, ਛੋਟਾ ਹੁੰਦਾ ਹੈ, ਵਾਸਤਵਿਕ ਅਤੇ ਉਲਟਾ ਹੁੰਦਾ ਹੈ। ਐਸੇ ਤਰੀਕੇ ਨਾਲ ਜੇਕਰ ਵਸਤੂ ਸੀ 'ਤੇ ਹੋਵੇ ਤਾਂ ਪ੍ਰਤੀਬਿੰਬ ਵੀ ਸੀ 'ਤੇ ਹੀ ਬਣਦਾ ਹੈ। ਐਸੇ ਤਰੀਕੇ ਨਾਲ ਇਸ ਦਾ ਸਾਈਜ਼ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ, ਵਾਸਤਵਿਕ ਅਤੇ ਉਲਟਾ ਬਣਦਾ ਹੈ। ਫਿਰ ਬਾਅਦ ਵਿੱਚ ਅਸੀਂ ਕੀਤਾ ਸੀ, ਜੇਕਰ ਵਸਤੂ ਸੀ ਅਤੇ ਐਫ ਦੇ ਵਿਚਕਾਰ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ, ਸੀ ਤੋਂ ਪਰਾਂ ਬਣਦਾ ਹੈ ਅਤੇ ਵੱਡਾ ਬਣਦਾ ਹੈ ਵਸਤੂ ਦੇ ਸਾਈਜ਼ ਤੋਂ, ਅਤੇ ਵਾਸਤਵਿਕ ਅਤੇ ਉਲਟਾ ਬਣਦਾ ਹੈ। ਇਸ ਤੋਂ ਬਾਅਦ ਜੇਕਰ ਵਸਤੂ ਐਫ 'ਤੇ ਹੋਵੇ ਤਾਂ ਪ੍ਰਤੀਬਿੰਬ ਅਨੰਤ 'ਤੇ ਬਣਦਾ ਹੈ ਔਰ ਸਾਈਜ਼ ਵਸਤੂ ਨਾਲੋਂ ਵੱਡਾ ਹੁੰਦਾ ਹੈ, ਵਾਸਤਵਿਕ ਅਤੇ ਉਲਟਾ ਬਣਦਾ ਹੈ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀ, ਜੇਕਰ ਵਸਤੂ ਐਫ ਅਤੇ ਪੀ ਦੇ ਵਿਚਕਾਰ ਹੋਵੇ, ਮੰਨ ਲਓ ਆਹ ਸਾਡਾ ਅਵਤਲ ਦਰਪਣ ਹੈ, ਇਹ ਪੋਲ ਹੈ, ਇਹ ਮੁੱਖ ਧੁਰਾ ਹੈ, ਇਹ ਫੋਕਸ ਬਿੰਦੂ ਹੈ। ਜੇਕਰ ਵਸਤੂ ਸਾਡੀ ਇਸ ਦੇ ਵਿਚਕਾਰ ਹੋਵੇ ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਕੀ ਬਣਦਾ ਹੈ, ਦਰਪਣ ਦੇ ਪਿੱਛੇ ਬਣਦਾ ਹੈ, ਇੱਧਰਲੀ ਸਾਈਡ 'ਤੇ ਬਣੇਗਾ ਔਰ ਵਸਤੂ ਤੋਂ ਵੱਡਾ ਬਣੇਗਾ। ਇਹ ਵਸਤੂ ਛੋਟੀ ਹੈ, ਇਹ ਵੱਡਾ ਬਣੇਗਾ ਅਤੇ ਆਭਾਸੀ ਅਤੇ ਬਿਲਕੁਲ ਸਿੱਧਾ ਬਣੇਗਾ। ਇਹ ਅਸੀਂ ਪਿਛਲੇ ਲੈਕਚਰ ਦੇ ਵਿੱਚ ਇਸ ਦੇ ਰੇਖਾ ਚਿੱਤਰ ਬੜੇ ਧਿਆਨ ਨਾਲ ਪੜ੍ਹੇ ਸੀ। ਇਹ ਇਸ ਦਾ ਚਾਰਟ ਹੈ ਜਿਹੜਾ ਕਿ ਤੁਸੀਂ ਇਸ ਨੂੰ ਦੁਹਰਾਈ ਕਰਨਾ ਹੈ ਅਤੇ ਇਸ ਨੂੰ ਯਾਦ ਕਰਨਾ ਹੈ। ਹੁਣ ਉਸ ਤੋਂ ਬਾਅਦ ਅਸੀਂ ਕਵਰ ਕਰਦੇ ਹਾਂ ਟੌਪਿਕ ਉੱਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ। ਉੱਤਲ ਦਰਪਣ ਦੁਆਰਾ ਬਣਾਏ ਗਏ ਜਿਹੜੇ ਪ੍ਰਤੀਬਿੰਬ ਨੇ ਉਹ ਦੋ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਨੇ ਜੇਕਰ ਵਸਤੂ ਦੀ ਸਥਿਤੀ ਅਲੱਗ-ਅਲੱਗ ਰੱਖਦੇ ਹਾਂ। ਉੱਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਬਣਨਾ ਦੋ ਸਥਿਤੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਸਥਿਤੀ ਕਰਾਂਗੇ ਅਸੀਂ ਵਸਤੂ ਦੀ, ਉਹ ਕਰਾਂਗੇ ਜੇਕਰ ਵਸਤੂ ਅਨੰਤ 'ਤੇ ਹੋਵੇ। ਅਨੰਤ ਦਾ ਮਤਲਬ ਬਹੁਤ ਜ਼ਿਆਦਾ ਦੂਰ ਹੈ। ਇਹ ਸਾਡੇ ਕੋਲ ਕਿਹੜਾ ਲੈਂਜ ਹੈ, ਕਨਵੈਕਸ ਲੈਂਜ ਹੈ, ਜਿਹਨੂੰ ਅਸੀਂ ਉੱਤਲ ਲੈਂਜ ਕਹਿੰਦੇ ਹਾਂ। ਇਸ ਦੀ ਅੰਦਰਲੀ ਸਤ੍ਹਾ ਪਾਲਿਸ਼ ਕੀਤੀ ਹੁੰਦੀ ਹੈ, ਬਾਹਰਲੀ ਸਤ੍ਹਾ ਪਰਿਵਰਤਿਤ ਹੁੰਦੀ। ਕਿਰਨਾਂ ਦੂਰ ਤੋਂ ਸਮਾਂਤਰ ਕਿਰਨਾਂ ਮੁੱਖ ਧੁਰੇ 'ਤੇ ਆ ਰਹੀਆਂ ਨੇ, ਵੱਜ ਕੇ ਫੈਲ ਜਾਂਦੀਆਂ ਹਨ ਅਤੇ ਸਾਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ ਵਸਤੂ ਜਿਹੜੀ ਇਹ ਕਿਰਨਾਂ ਇੱਕ ਪੁਆਇੰਟ ਤੋਂ ਨਿਕਲ ਰਹੀਆਂ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਫੋਕਸ। ਇਸ ਦਾ ਮਤਲਬ ਇਹ ਹੋਇਆ, ਜੇਕਰ ਕਨਵੈਕਸ ਲੈਂਜ ਹੈ ਤਾਂ ਸਾਨੂੰ ਪ੍ਰਤੀਬਿੰਬ ਫੋਕਸ 'ਤੇ ਬਣਦਾ ਹੋਇਆ ਜਾਪੇਗਾ ਅਤੇ ਇਹ ਪ੍ਰਤੀਬਿੰਬ ਨਕਲੀ ਹੋਵੇਗਾ ਅਤੇ ਸਿੱਧਾ ਹੋਵੇਗਾ ਅਤੇ ਬਹੁਤ ਹੀ ਛੋਟਾ ਹੋਵੇਗਾ। ਹੁਣ ਜਿਹੜੀ ਦੂਜੀ ਸਥਿਤੀ ਹੈ ਉਹ ਜੇਕਰ ਵਸਤੂ ਅਨੰਤ ਅਤੇ ਪੋਲ ਦੇ ਵਿਚਕਾਰ ਹੋਏ। ਪੋਲ ਮਤਲਬ ਧਰੁਵ ਦੇ ਵਿਚਕਾਰ, ਇਸ ਨੂੰ ਅਸੀਂ ਕਹਿੰਦੇ ਹਾਂ ਧਰੁਵ। ਇਹ ਸਾਡਾ ਧਰੁਵ ਹੈ,
ਇਹ ਇੱਧਰ ਕਿਤੇ ਮਤਲਬ ਅਨੰਤ ਹੈ ਜਿੱਥੇ ਬਹੁਤ ਜ਼ਿਆਦਾ ਦੂਰੀ ਸਥਿਤੀ ਹੈ। ਇਹ ਸਾਡੀ ਵਿਚਕਾਰ ਪਈ ਹੈ ਵਸਤੂ। ਤਾਂ ਜਿਹੜੀ ਵਸਤੂ ਹੈ ਇਸ ਦਾ ਰੇਖਾ ਚਿੱਤਰ ਤੁਸੀਂ ਧਿਆਨ ਨਾਲ ਕਰ ਲਓ। ਇੱਕ ਤਾਂ ਸਮਾਂਤਰ ਕਿਰਨ ਆ ਰਹੀ ਹੈ ਮੁੱਖ ਧੁਰੇ ਦੇ, ਅਤੇ ਦੂਜੀ ਕਿਰਨ ਵਕਰਤਾ ਕੇਂਦਰ 'ਚੋਂ ਵੱਲ ਜਾ ਰਹੀ ਹੈ। ਵਕਰਤਾ ਕੇਂਦਰ ਵੱਲ ਜਾਣ ਵਾਲੀ ਕਿਰਨ ਵੱਜ ਕੇ ਵਾਪਸ ਉਸੇ ਦਿਸ਼ਾ ਵੱਲ ਮੁੜ ਆਉਂਦੀ ਹੈ, ਅਤੇ ਜਿਹੜੀ ਕਿ ਸਾਨੂੰ ਇਹਨਾਂ ਦੋਨਾਂ ਲਾਈਨਾਂ ਨੂੰ ਜੇਕਰ ਅਸੀਂ ਇੰਟਰਸੈਕਟ ਕਰਾਂਗੇ ਤਾਂ ਸਾਨੂੰ ਇਸ ਤਰੀਕੇ ਨਾਲ ਇਸ ਜਗ੍ਹਾ 'ਤੇ ਸਾਨੂੰ ਇਮੇਜ ਬਣਦੀ ਜਾਪੇਗੀ। ਤਾਂ ਸਾਡਾ ਇਹੀ ਸਿੱਟਾ ਨਿਕਲਿਆ, ਜੇਕਰ ਵਸਤੂ ਅਨੰਤ ਅਤੇ ਧਰੁਵ ਦੇ ਵਿਚਕਾਰ ਹੋਵੇ ਅਤੇ ਦਰਪਣ ਕਨਵੈਕਸ ਹੋਵੇ ਤਾਂ ਅਸੀਂ ਕਹਾਂਗੇ ਇਸ ਦੇ ਵਿੱਚ ਪ੍ਰਤੀਬਿੰਬ ਜਿਹੜਾ ਹੈਗਾ ਐਫ ਅਤੇ ਪੋਲ ਦੇ ਵਿਚਕਾਰ ਬਣੇਗਾ। ਪ੍ਰਤੀਬਿੰਬ ਛੋਟਾ ਹੋਵੇਗਾ ਅਤੇ ਸਿੱਧਾ ਹੋਵੇਗਾ, ਅਤੇ ਇਹ ਪ੍ਰਤੀਬਿੰਬ ਆਭਾਸੀ ਹੋਵੇਗਾ। ਤੁਸੀਂ ਵਿਦਿਆਰਥੀਓ ਇਸ ਨੂੰ ਚੰਗੀ ਤਰ੍ਹਾਂ ਜੇ ਟੌਪਿਕ ਨੂੰ ਸਮਝਣਾ ਹੈ, ਕਵਰ ਕਰਨਾ ਹੈ, ਤਾਂ ਅਸੀਂ ਇਹਨਾਂ ਰੇਖਾ ਚਿੱਤਰਾਂ ਨੂੰ ਚੰਗੀ ਤਰ੍ਹਾਂ ਆਪਣੀ ਕਾਪੀ 'ਤੇ ਬਣਾ ਕੇ ਦੇਖ ਲਿਓ। ਹੁਣ ਇਸ ਤੋਂ ਬਾਅਦ ਇਸੇ ਤਰੀਕੇ ਨਾਲ ਇਸ ਦਾ ਚਾਰਟ ਹੈ, ਜਿਵੇਂ ਅਸੀਂ ਅਵਤਲ ਦਰਪਣ ਦਾ ਚਾਰਟ ਕੀਤਾ ਸੀ। ਇਸ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ। ਦੇਖੋ ਇਸ ਵਿੱਚ ਜੇਕਰ ਵਸਤੂ ਅਨੰਤ 'ਤੇ ਹੋਵੇ, ਤਾਂ ਜਿਹੜਾ ਪ੍ਰਤੀਬਿੰਬ ਹੈ ਫੋਕਸ 'ਤੇ ਬਣਦਾ ਹੈ, ਬਹੁਤ ਛੋਟਾ ਹੁੰਦਾ ਹੈ, ਸਿੱਧਾ ਅਤੇ ਆਭਾਸੀ ਹੁੰਦਾ ਹੈ। ਜੇਕਰ ਵਸਤੂ ਅਨੰਤ ਅਤੇ ਧਰੁਵ ਪੀ ਦੇ ਵਿਚਕਾਰ ਹੋਵੇ ਤਾਂ ਵਸਤੂ ਦਾ ਪ੍ਰਤੀਬਿੰਬ ਐਫ ਅਤੇ ਪੀ ਦੇ ਵਿਚਕਾਰ ਬਣਦਾ ਹੈ। ਐਸੇ ਤਰੀਕੇ ਨਾਲ ਬਹੁਤ ਛੋਟਾ ਹੁੰਦਾ ਹੈ ਪ੍ਰਤੀਬਿੰਬ, ਅਤੇ ਸਿੱਧਾ ਅਤੇ ਆਭਾਸੀ ਹੁੰਦਾ ਹੈ। ਇਹ ਤਾਂ ਅਸੀਂ ਅੱਜ ਪੜ੍ਹੇ ਪ੍ਰਤੀਬਿੰਬ ਕਿੱਥੇ ਬਣਦਾ ਹੈ। ਜੇਕਰ ਦਰਪਣ ਉੱਤਲ ਦਰਪਣ ਹੋਵੇ, ਇੰਗਲਿਸ਼ 'ਚ ਅਸੀਂ ਇਹਨੂੰ ਕਨਵੈਕਸ ਦਰਪਣ ਵੀ ਕਹਿ ਦਿੰਦੇ ਹਾਂ, ਕਨਵੈਕਸ ਮਿਰਰ ਵੀ ਕਹਿ ਦਿੰਦੇ ਹਾਂ। ਇਹਨਾਂ ਦਰਪਣਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਆਓ ਅਸੀਂ ਸਮਝਦੇ ਹਾਂ। ਉੱਤਲ ਦਰਪਣ ਦੇ ਉਪਯੋਗ। ਉੱਤਲ ਦਰਪਣ ਨੂੰ ਜਿਹੜਾ ਅਸੀਂ ਵਰਤਦੇ ਹਾਂ ਆਮ ਤੌਰ 'ਤੇ, ਉਹ ਕਿੱਥੇ ਵਰਤਦੇ ਹਾਂ? ਵਾਹਨਾਂ ਦੇ ਵਿੱਚ ਪਿਛਲਾ ਵਿਊ ਦੇਖਣ ਵਾਸਤੇ। ਪਿਛਲਾ ਵਿਊ ਮਤਲਬ ਜਿਹੜਾ ਪਿੱਛੇ ਚੀਜ਼ਾਂ ਆ ਰਹੀਆਂ ਨੇ, ਵਾਹਨ ਜਿਵੇਂ ਮੋਟਰਸਾਈਕਲ, ਸਾਡੇ ਕੋਲ ਕਾਰ ਹੁੰਦੀ ਹੈ, ਇੱਥੇ ਪਿਛਲਾ ਵਿਊ ਦੇਖਣਾ ਚਾਹੁੰਦੇ, ਪਿੱਛੇ ਮੋਟਰਸਾਈਕਲ ਆ ਰਹੇ ਨੇ ਜਾਂ ਕੋਈ ਹੋਰ ਨਿੱਕਾ ਚੀਜ਼ਾਂ ਆ ਰਹੀਆਂ, ਉਹਨਾਂ ਨੂੰ ਦੇਖਣ ਵਾਸਤੇ ਜਿਹੜਾ ਸਾਡੇ ਸੱਜੇ ਹੱਥ ਸ਼ੀਸ਼ਾ ਲੱਗਿਆ ਹੁੰਦਾ ਅਤੇ ਖੱਬੇ ਹੱਥ ਸ਼ੀਸ਼ਾ ਲੱਗਿਆ ਹੁੰਦਾ ਹੈ, ਉਸ 'ਤੇ ਜਿਹੜਾ ਦਰਪਣ ਉਪਯੋਗ ਕਰਦੇ ਹਾਂ ਉਹ ਹੁੰਦਾ ਹੈ ਉੱਤਲ ਦਰਪਣ। ਇਸ ਨੂੰ ਅਸੀਂ ਕਿਹੜਾ ਦਰਪਣ ਕਹਿੰਦੇ ਹਾਂ? ਉੱਤਲ ਦਰਪਣ। ਅਤੇ ਇਸ ਨੂੰ ਉੱਤਲ ਦਰਪਣ ਹੀ ਕਿਉਂ ਵਰਤਿਆ ਜਾਂਦਾ? ਕਿਉਂਕਿ ਅਸੀਂ ਹੁਣੀ ਪੜ੍ਹਿਆ ਉੱਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਛੋਟਾ ਹੁੰਦਾ ਹੈ, ਜਿਹਦੇ ਨਾਲ ਵੱਡੇ ਤੋਂ ਵੱਡਾ ਖੇਤਰ ਅਸੀਂ ਬੜੀ ਆਸਾਨੀ ਨਾਲ ਛੋਟੇ ਜਿਹੇ ਏਰੀਏ ਦੇ ਵਿੱਚ ਕਰਕੇ ਦੇਖ ਸਕਦੇ ਹਾਂ। ਹੁਣ ਦੇਖੋ ਤੁਸੀਂ ਇਸ ਨੂੰ ਪੜ੍ਹੋ ਸਾਰੇ ਪੈਰੇ ਨੂੰ। ਇਸ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਤੁਹਾਨੂੰ ਸਾਰਾ ਟੌਪਿਕ ਕਲੀਅਰ ਹੋ ਜਾਵੇਗਾ, ਕਿਉਂ ਅਸੀਂ ਉੱਤਲ ਦਰਪਣ ਨੂੰ ਵਾਹਨਾਂ ਦੇ ਵਿੱਚ ਵਰਤਦੇ ਹਾਂ। ਔਰ ਇਸ ਦੇ ਹੋਰ ਵੀ ਕਈ ਥਾਵਾਂ 'ਤੇ ਅਨੇਕਾਂ ਉਪਯੋਗ ਕੀਤੇ ਜਾਂਦੇ ਨੇ। ਜਿਵੇਂ ਤੁਸੀਂ ਦੇਖਿਆ ਹੋਊਗਾ ਆਮ ਹੀ ਜਿੱਥੇ ਖਤਰਨਾਕ ਮੋੜ ਹੁੰਦੇ ਆ ਉੱਥੇ ਲੱਗੇ ਹੁੰਦੇ ਨੇ ਦਰਪਣ, ਕਿਉਂਕਿ ਸਾਨੂੰ ਪਿਛਲੇ ਵਿਊ ਚੰਗੀ ਤਰ੍ਹਾਂ ਦਿਖਾਈ ਦੇ ਸਕੇ। ਵਿਦਿਆਰਥੀਓ, ਇਸ ਟੌਪਿਕ ਤੋਂ ਬਾਅਦ ਮੈਂ ਤੁਹਾਡੇ ਕੋਲੇ ਕੁਝ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਉਮੀਦ ਹੈ ਤੁਹਾਨੂੰ ਇਹ ਸਾਰੇ ਲੈਕਚਰ ਸੁਣਨ ਤੋਂ ਬਾਅਦ ਇਹ ਜੋ ਪ੍ਰਸ਼ਨ ਨੇ ਸਾਡੀ NCERT ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਲਿਖੀ ਹੋਈ ਹੈ, ਇਸ ਦੇ ਤੁਸੀਂ ਉੱਤਰ ਦੇ ਸਕਦੇ ਹੋਗੇ। ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਹੈ ਉਹ ਇਹ ਹੈ, ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ। ਹੁਣ ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਕਿਵੇਂ ਦੋਗੇ? ਇਹ ਸਾਡਾ ਅਵਤਲ ਦਰਪਣ ਹੈ। ਤੁਸੀਂ ਜਦੋਂ ਵੀ ਜਿੰਨੀ ਵੀ ਕੋਸ਼ਿਸ਼ ਕਰਿਓ, ਜਦੋਂ ਵੀ ਤੁਸੀਂ ਸਾਇੰਸ ਦੇ ਉੱਤਰ ਦੋਗੇ, ਜਿੱਥੇ ਰੇਖਾ ਚਿੱਤਰ ਦੀ ਲੋੜ ਹੋਵੇ ਜਾਂ ਡਾਇਗਰਾਮ ਦੀ ਲੋੜ ਹੋਵੇ ਤਾਂ ਜ਼ਰੂਰ ਦੇਣੀ ਹੈ। ਅਸੀਂ ਪੜ੍ਹਿਆ ਜਿਹੜੀਆਂ ਕਿਰਨਾਂ ਮੁੱਖ ਧੁਰੇ ਦੇ ਸਮਾਂਤਰ ਆਉਂਦੀਆਂ ਨੇ ਉਹ ਹਮੇਸ਼ਾ ਹੀ
ਦਰਪਣ ਦੇ ਵੱਜ ਕੇ ਇੱਕੋ ਪੁਆਇੰਟ 'ਚੋਂ ਨਿਕਲਦੀਆਂ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਮੁੱਖ ਫੋਕਸ। ਤਾਂ ਤੁਸੀਂ ਪਰਿਭਾਸ਼ਾ ਕੀ ਦਿਓਗੇ? ਮੁੱਖ ਧੁਰੇ ਦੇ ਸਮਾਂਤਰ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਅਵਤਲ ਦਰਪਣ 'ਤੇ ਵੱਜ ਕੇ ਇੱਕ ਬਿੰਦੂ ਵਿੱਚੋਂ ਲੰਘਦੀਆਂ ਹਨ, ਜਿਸ ਨੂੰ ਅਸੀਂ ਮੁੱਖ ਫੋਕਸ ਕਹਿੰਦੇ ਹਾਂ। ਐਸੇ ਤਰੀਕੇ ਨਾਲ ਗੋਲਾਕਾਰ ਦਰਪਣ ਦਾ ਵਕਰਤਾ ਕੇਂਦਰ, ਵਕਰਤਾ ਅਰਧ ਵਿਆਸ 20 ਸੈਂਟੀਮੀਟਰ ਹੋਵੇ ਅਤੇ ਉਸ ਦੀ ਫੋਕਸ ਦੂਰੀ ਪਤਾ ਕਰੋ। ਹੁਣ ਤੁਹਾਨੂੰ ਮੈਂ ਕੀ ਕਿਹਾ ਸੀ ਪਿਛਲੇ, ਜੇਕਰ ਤੁਸੀਂ ਟੌਪਿਕ ਧਿਆਨ ਨਾਲ ਸੁਣਿਆ ਹੋਵੇਗਾ, ਜਿਹੜਾ ਵਕਰਤਾ ਕੇਂਦਰ ਹੁੰਦਾ ਹੈ ਅਤੇ ਆਹ ਸਾਡਾ ਮੰਨ ਲਓ ਵਕਰਤਾ ਕੇਂਦਰ ਹੈ, ਇਹ ਸਾਡਾ ਮੁੱਖ ਫੋਕਸ ਹੈ। ਜਿਹੜੀ ਦੂਰੀ ਮੁੱਖ ਫੋਕਸ ਤੋਂ ਲੈ ਕੇ ਪੋਲ ਦੇ, ਆਹ ਸਾਡਾ ਪੋਲ ਹੈ, ਇਹਦੇ ਵਿੱਚ ਮਾਪੀ ਜਾਣ ਵਾਲੀ ਦੂਰੀ ਨੂੰ ਛੋਟੀ ਐਫ ਨਾਲ ਅਸੀਂ ਕਹਿੰਦੇ ਹਾਂ ਫੋਕਸ ਦੂਰੀ। ਔਰ ਜਿਹੜੀ ਵਕਰਤਾ ਕੇਂਦਰ ਤੋਂ ਲੈ ਕੇ ਪੋਲ ਤੱਕ ਮਾਪੀ ਜਾਣ ਵਾਲੀ ਦੂਰੀ ਨੂੰ ਅਸੀਂ ਕਹਿੰਦੇ ਹਾਂ ਵਕਰਤਾ ਅਰਧ ਵਿਆਸ, ਜਿਹਨੂੰ ਅਸੀਂ ਆਰ ਨਾਲ ਡਿਨੋਟ ਕਰਦੇ ਹਾਂ। ਅਤੇ ਇਹਨਾਂ ਦੇ ਵਿਚਕਾਰ ਇੱਕ ਸੰਬੰਧ ਵੀ ਹੁੰਦਾ ਹੈ, ਉਹ ਕਿਹਦੇ ਬਰਾਬਰ ਹੁੰਦਾ ਹੈ? ਆਰ ਇਜ਼ ਇਕੁਅਲ ਟੂ 2f। ਮਤਲਬ ਜਿਹੜਾ ਫੋਕਸ ਦੂਰੀ ਹੁੰਦੀ ਹੈ ਉਹ ਅਰਧ ਵਿਆਸ ਦੇ ਅੱਧ ਹੁੰਦੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਅਰਧ ਵਿਆਸ ਹੁੰਦਾ ਹੈ, ਵਕਰਤਾ ਅਰਧ ਵਿਆਸ, ਉਹ ਫੋਕਲ ਦੂਰੀ ਦਾ ਦੁੱਗਣਾ ਹੁੰਦਾ ਹੈ। ਹੁਣ ਇਸ ਪ੍ਰਸ਼ਨ ਦੇ ਵਿੱਚ ਸਾਨੂੰ ਜਿਹੜਾ ਅਰਧ ਵਿਆਸ ਹੈ ਉਹ 20 ਸੈਂਟੀਮੀਟਰ ਦਿੱਤਾ ਹੋਇਆ ਹੈ। ਅਸੀਂ ਐਫ ਪਤਾ ਕਰਨੀ ਹੈ, ਤਾਂ 2 ਨਾਲ ਭਾਗ ਕਰਾਂਗੇ 20 ਨੂੰ, ਤਾਂ ਐਫ ਸਾਡੇ ਕੋਲੇ 10 ਆ ਗਈ। ਐਫ ਸਾਡੇ ਕੋਲੇ 10 ਸੈਂਟੀਮੀਟਰ ਆ ਗਈ, ਤਾਂ ਅਸੀਂ ਕਹਾਂਗੇ ਇਸ ਦੀ ਫੋਕਸ ਦੂਰੀ 10 ਸੈਂਟੀਮੀਟਰ ਹੈ ਇਸ ਅਵਤਲ ਦਰਪਣ ਦੀ। ਹੁਣ ਉਸ ਦਰਪਣ ਦਾ ਨਾਮ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ। ਹੁਣ ਜੇਕਰ ਅਸੀਂ ਚਾਰਟ ਦੀ ਗੱਲ ਕਰੀਏ, ਜੇਕਰ ਤੁਸੀਂ ਦੇਖੋ ਸਿੱਧਾ ਅਤੇ ਆਭਾਸੀ ਬਣ ਰਿਹਾ ਹੈ ਅਤੇ ਵਸਤੂ ਨਾਲੋਂ ਛੋਟਾ ਬਣ ਰਿਹਾ ਹੈ। ਜੇ ਪ੍ਰੇਸ਼ਨ ਦੀ ਗੱਲ ਕਰੀਏ, ਪ੍ਰੇਸ਼ਨ ਦੇ ਵਿੱਚ ਪੁੱਛਿਆ ਗਿਆ ਸੀ ਵੀ ਉਸ ਦਰਪਣ ਦਾ ਨਾਮ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ। ਇਸ ਦਾ ਮਤਲਬ ਸਾਡਾ ਉੱਤਲ ਦਰਪਣ ਤਾਂ ਉੱਤਰ ਨਹੀਂ ਹੋ ਸਕਦਾ, ਤਾਂ ਇਸ ਦਾ ਮਤਲਬ ਸਾਨੂੰ ਅਵਤਲ ਦਰਪਣ ਵੱਲ ਝਾਤੀ ਮਾਰਨੀ ਪਵੇਗੀ। ਅਵਤਲ ਦਰਪਣ ਦੇ ਵਿੱਚ ਕਿਸ ਜਗ੍ਹਾ 'ਤੇ ਵਸਤੂ ਰੱਖਣ ਨਾਲ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਦਾ ਹੈ, ਤਾਂ ਤੁਸੀਂ ਦੇਖੋਗੇ ਇਸ ਦੇ ਵਿੱਚ ਆਹ ਵੱਡਾ ਪ੍ਰਤੀਬਿੰਬ ਬਣ ਰਿਹਾ, ਸਿੱਧਾ ਬਣ ਰਿਹਾ, ਤਾਂ ਕਦੋਂ ਵਸਤੂ ਰੱਖਾਂਗੇ? ਐਫ ਅਤੇ ਪੀ ਦੇ ਵਿਚਕਾਰ ਵਸਤੂ ਰੱਖਣ ਦੇ ਅਵਤਲ ਦਰਪਣ ਦੇ ਵਿੱਚ ਪ੍ਰਤੀਬਿੰਬ ਸਿੱਧਾ ਬਣੇਗਾ। ਇਹ ਸਾਡਾ ਜਿਹੜਾ ਚਾਰਟ ਹੈ ਅਵਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬਾਂ ਦਾ ਹੈ। ਤਾਂ ਸਾਡਾ ਜਿਹੜਾ ਉੱਤਰ ਆ ਗਿਆ ਇਸ ਪ੍ਰਸ਼ਨ ਦਾ, ਉਹ ਉੱਤਰ ਹੋਵੇਗਾ ਅਵਤਲ ਦਰਪਣ। ਤੁਸੀਂ ਇਹ ਵੀ ਲਿਖਣਾ ਇਸ ਦੀ ਸਥਿਤੀ, ਜੇਕਰ ਵਸਤੂ ਦੀ ਸਥਿਤੀ ਐਫ ਅਤੇ ਪੀ ਦੇ ਵਿਚਕਾਰ ਹੋਵੇਗੀ ਉੱਤਲ ਦਰਪਣ ਦੇ ਵਿੱਚ, ਤਾਂ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣੇਗਾ। ਹੁਣ ਅਸੀਂ ਸੋਲਵ ਕਰਦੇ ਹਾਂ ਪ੍ਰਸ਼ਨ ਨੰਬਰ 14। ਅਸੀਂ ਬਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ? ਵਿਦਿਆਰਥੀਓ, ਇਹ ਪ੍ਰਸ਼ਨ ਤੁਸੀਂ ਆਪਣੇ ਆਪ ਖੁਦ ਹੱਲ ਕਰਨਾ, ਕਿਉਂਕਿ ਅਸੀਂ ਇਸ ਪੈਰਾ ਉੱਤਲ ਦਰਪਣ ਦੇ ਵਿੱਚ ਇਸ ਦੇ ਉਪਯੋਗ ਦੇ ਵਿੱਚ ਤੁਹਾਨੂੰ ਇਸ ਦਾ ਆਨਸਰ ਮਿਲ ਜਾਵੇਗਾ ਵੀ ਕਿਉਂ ਅਸੀਂ ਇਸ ਨੂੰ ਵਰਤੋਂ ਕਰਦੇ ਹਾਂ। ਵੈਸੇ ਤੁਹਾਨੂੰ ਦੱਸ ਦਿੱਤਾ ਸੀ, ਕਿਉਂਕਿ ਛੋਟਾ ਪ੍ਰਤੀਬਿੰਬ ਬਣਾਉਂਦਾ ਅਤੇ ਜ਼ਿਆਦਾ ਤੋਂ ਜ਼ਿਆਦਾ ਖੇਤਰ ਕਵਰ ਕਰਦਾ ਹੈ। ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਊਗਾ। ਜੇਕਰ ਤੁਹਾਨੂੰ ਕੋਈ ਲੈਕਚਰ ਦੇ ਵਿੱਚ ਕਮੀ ਲੱਗੀ ਜਾਂ ਕਿਤੇ ਕੱਲ੍ਹ ਕੋਈ ਸਮਝ ਨਹੀਂ ਆਈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਅੱਜ ਅਸੀਂ ਉੱਤਲ ਦਰਪਣ ਦੇ ਦੁਆਰਾ ਬਣਾਏ ਗਏ ਪ੍ਰਤੀਬਿੰਬ ਅਤੇ ਅਵਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਚਾਰਟ ਕੀਤਾ ਅਤੇ ਨੀਲੇ ਅਕਸ਼ਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਲਾਈਕ ਕਰੋ, ਸ਼ੇਅਰ ਕਰੋ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ। ਸਾਡਾ ਇਹ ਲੈਕਚਰ YouTube 'ਤੇ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।